ਵੈਲ ਗੁੱਡ ਮਾਰਨਿੰਗ ਟੂ एवरीवन। आई होप ਤੁਸੀਂ ਪੁਰਾਣਾ ਲੈਕਚਰ ਸੁਣ ਲਿਆ ਹੋਵੇਗਾ। ਦਿਸ ਇਜ਼ ਦੀ ਸੈਕਿੰਡ ਪਾਰਟ। ਉਹੀ ਲੈਕਚਰ ਆਪਾਂ ਕੰਟੀਨਿਊ ਕਰ ਰਹੇ ਹਾਂ ਅੱਜ। ਠੀਕ ਹੈ, ਅੱਜ ਅਸੀਂ ਸਭ ਤੋਂ ਪਹਿਲਾ ਟੌਪਿਕ ਕਰਨਾ ਹੈ ਐਂਪੀਅਰ ਸਰਕਿਟਲ ਲਾਅ। ਪਿੱਛੇ ਅਸੀਂ ਕੀਤਾ ਸੀਗਾ ਬਾਇਟ ਸਰਵੇਟ ਲਾਅ। ਠੀਕ ਹੈ, ਮੈਂ ਤੁਹਾਨੂੰ ਥੋੜ੍ਹਾ ਜਿਹਾ ਰਿਵਾਈਜ਼ ਕਰਵਾ ਦਿੰਦੀ ਹੈਗੀ ਕਿ ਬਾਇਟ ਸਰਵੇਟ ਲਾਅ ਵਿੱਚ ਕੀ ਸੀਗਾ ਕਿ ਤੁਹਾਡੀਆਂ ਮੈਗਨੈਟਿਕ ਫੀਲਡ ਤੁਸੀਂ ਫਾਈਂਡ ਕਰਨੀ ਹੈ ਜੇ ਕਿਸੇ ਪੁਆਇੰਟ ਦੇ ਉੱਪਰ, ਤਾਂ ਅਸੀਂ ਉਹ ਕਿਵੇਂ ਫਾਈਂਡ ਕਰਨੀ ਹੈ ਉਹ ਅਸੀਂ ਬਾਇਟ ਸਰਵੇਟ ਲਾਅ ਤੋਂ ਸਿੱਖਿਆ ਸੀਗਾ। ਤੇ ਬਾਇਟ ਸਰਵੇਟ ਲਾਅ ਕੀ ਕਹਿ ਰਿਹਾ ਸੀਗਾ, dB is equal to mu naught upon 4 pi I dl sin theta upon r square। ਠੀਕ ਹੈ, ਤੇ ਅੱਜ ਅਸੀਂ ਇਹਨੂੰ ਥੋੜਾ ਸਿੰਪਲੀਫਾਈ ਵੇ ਨਾਲ ਹੋਰ ਲਾਅ ਕਰਨਾ ਹੈਗਾ ਗਾ ਵਿਚ ਇਜ਼ ਐਂਪੀਅਰ ਸਰਕਿਟਲ ਲਾਅ। ਠੀਕ ਹੈ, ਅੱਜ ਦਾ ਅਸੀਂ ਟੌਪਿਕ ਕਰ ਰਹੇ ਹਾਂ ਐਂਪੀਅਰ ਸਰਕਿਟਲ ਲਾਅ। ਐਂਪੀਅਰ ਸਰਕਿਟਲ ਲਾਅ ਕੀ ਕਹਿੰਦਾ, ਇਟ ਸਟੇਟਸ ਦੈਟ ਲਾਈਨ ਇੰਟੈਗਰਲ ਆਫ ਮੈਗਨੈਟਿਕ ਫੀਲਡ, ਮਤਲਬ ਤੁਸੀਂ ਮੈਗਨੈਟਿਕ ਫੀਲਡ ਦਾ ਲਾਈਨ ਇੰਟੈਗਰਲ ਲੈਣਾ ਹੈ ਅਰਾਊਂਡ ਐਨੀ ਕਲੋਜ਼ਡ ਪਾਥ। ਬੇਟਾ ਸਰਕਿਟ ਜਿਹੜਾ ਹੈ ਉਹ ਕਲੋਜ਼ ਹੋਣਾ ਚਾਹੀਦਾ ਹੈ। ਠੀਕ ਹੈ, ਓਪਨ ਨਾ ਹੋਵੇ ਔਰ is equal to mu naught times the total current threading the closed circuit। ਜਿਹੜਾ ਆਹ ਇੰਟੈਗਰਲ ਹੋਏਗਾ ਇਹ ਕਿਹਦੇ ਇਕੁਅਲ ਹੋਏਗਾ, ਮਿਊ ਨੋਟ ਮਲਟੀਪਲਾਈ ਬਾਏ ਦੀ ਕਰੰਟ ਪਾਸਿੰਗ ਥਰੂ ਦੈਟ ਸਰਕਿਟ। ਠੀਕ ਹੈ ਜੀ, ਐਂਪੀਅਰ ਸਰਕਿਟਲ ਲਾਅ ਸਾਨੂੰ ਕਾਫੀ ਹੈਲਪ ਕਰੇਗਾ ਅੱਗੇ ਡੈਰੀਵੇਸ਼ਨ ਵਿੱਚ। ਇਹ ਕੀ ਕਹਿੰਦਾ ਹੈ ਕਿ ਜਦੋਂ ਅਸੀਂ ਲਾਈਨ ਇੰਟੈਗਰਲ ਲੈਂਦੇ ਹਾਂ ਮੈਗਨੈਟਿਕ ਫੀਲਡ ਦਾ ਕੋਈ ਵੀ ਕਲੋਜ਼ਡ ਪਾਥ ਵਿੱਚ ਜਾਂ ਕਲੋਜ਼ਡ ਸਰਕਿਟ ਵਿੱਚ, ਠੀਕ ਹੈ, ਤਾਂ ਉਹ ਕਿਹਦੇ ਇਕੁਅਲ ਹੁੰਦਾ, ਉਹ ਹੁੰਦਾ ਹੈ ਮਿਊ ਨੋਟ ਮਲਟੀਪਲਾਈ ਬਾਏ ਕਰੰਟ ਜਿਹੜਾ ਉਸ ਕਲੋਜ਼ ਸਰਕਿਟ ਦੇ ਵਿੱਚੋਂ ਪਾਸ ਕਰ ਰਿਹਾ। ਜੇ ਉਸ ਕਲੋਜ਼ ਸਰਕਿਟ ਦੇ ਵਿੱਚੋਂ ਕੁਝ ਕਰੰਟ ਪਾਸ ਨਹੀਂ ਕਰ ਰਿਹਾ ਹੈਗਾ ਤਾਂ ਇਹ ਲਾਈਨ ਇੰਟੈਗਰਲ ਦੀ ਵੈਲਿਊ 0 ਹੋ ਜਾਂਦੀ ਹੈ। ਠੀਕ, ਉਸ ਤੋਂ ਬਾਅਦ ਅਸੀਂ ਇਹਦੀ ਕੁਝ ਐਪਲੀਕੇਸ਼ਨਸ ਕਰਦੇ ਹਾਂ। ਐਪਲੀਕੇਸ਼ਨਸ ਦਾ ਮਤਲਬ ਕਿ ਅਸੀਂ ਇਹਨੂੰ ਐਂਪੀਅਰ ਸਰਕਿਟਲ ਲਾਅ ਨੂੰ ਯੂਜ਼ ਕਰਦੇ ਹੋਏ ਕੁਝ ਚੀਜ਼ਾਂ ਫਾਈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਅਸੀਂ ਕੀ ਕਰਨਾ ਹੈ, ਐਂਪੀਅਰ ਸਰਕਿਟਲ ਲਾਅ ਨੂੰ ਯੂਜ਼ ਕਰਕੇ ਕੁਝ ਮੈਗਨੈਟਿਕ ਫੀਲਡ ਦੀਆਂ ਵੈਲਿਊਜ਼ ਫਾਈਂਡ ਕਰਨੀਆਂ। ਸਭ ਤੋਂ ਪਹਿਲਾਂ ਅਸੀਂ ਫਾਈਂਡ ਕਰਨਾ ਹੈ ਮੈਗਨੈਟਿਕ ਫੀਲਡ ਡਿਊ ਟੂ ਲੌਂਗ ਕਰੰਟ ਕੈਰਿੰਗ ਵਾਇਰ। ਠੀਕ ਹੈ, ਇਹਦੇ ਵਿੱਚ ਅਸੀਂ ਕੰਸੀਡਰ ਕਰਨਾ ਹੈ XY ਇੱਕ ਬਹੁਤ ਲੰਬੀ ਇਨਫਾਈਨਾਈਟਲੀ ਲੌਂਗ ਵਾਇਰ ਹੈ ਜਿਸ ਨੇ ਕਰੰਟ I ਕੈਰੀ ਕੀਤਾ ਹੋਇਆ। ਹੁਣ ਅਸੀਂ ਇੱਕ ਪੁਆਇੰਟ ਸਪੋਜ਼ ਕਰਦੇ ਹਾਂ ਪੁਆਇੰਟ P ਵਿਚ ਇਜ਼ ਐਟ ਅ ਡਿਸਟੈਂਸ R। ਠੀਕ ਹੈ, ਇਸ ਵਾਇਰ ਤੋਂ ਜਾਂ ਕੰਡਕਟਰ ਤੋਂ ਇੱਕ ਡਿਸਟੈਂਸ R ਦੇ ਉੱਪਰ ਪੁਆਇੰਟ P ਹੈ। ਇਸ ਪੁਆਇੰਟ P ਦੇ ਉੱਪਰ ਅਸੀਂ ਮੈਗਨੈਟਿਕ ਫੀਲਡ ਦੀ ਵੈਲਿਊ ਫਾਈਂਡ ਕਰਨਾ ਚਾਹੁੰਦੇ ਹਾਂ। ਉਸਨੂੰ ਫਾਈਂਡ ਕਰਨ ਵਾਸਤੇ ਅਸੀਂ ਬਾਇਟ ਸਰਵੇਟ ਲਾਅ ਦਾ ਇਸਤੇਮਾਲ ਨਹੀਂ ਕਰਨਾ, ਇੱਥੇ ਅਸੀਂ ਐਂਪੀਅਰ ਸਰਕਿਟਲ ਲਾਅ ਦਾ ਇਸਤੇਮਾਲ ਕਰਨਾ ਹੈ। ਉਹਨੂੰ ਕਰਨ ਲਈ ਅਸੀਂ ਕੀ ਕਰਾਂਗੇ, ਇੱਕ ਸਰਕਲ ਬਣਾਵਾਂਗੇ ਜਿਸ ਦਾ ਰੇਡੀਅਸ ਹੈ R। ਠੀਕ ਹੈ, ਉਹ ਪਾਸ ਕਰਨਾ ਚਾਹੀਦਾ ਹੈ ਪੁਆਇੰਟ P ਵਿੱਚੋਂ। ਠੀਕ ਹੈ, ਇਮੈਜਨਰੀ ਸਰਕਲ ਹੈ ਜਿਹੜਾ ਆਪਾਂ ਬਣਾਇਆ। ਹੁਣ ਜੇ B ਇੱਕ ਮੈਗਨੈਟਿਕ ਫੀਲਡ ਹੈ ਉਸ ਪੁਆਇੰਟ ਦੇ ਉੱਪਰ P ਦੇ ਉੱਪਰ, ਇਹ ਅਸੀਂ ਸਪੋਜ਼ ਕੀਤੀ ਹੈ। ਹੁਣ ਅਸੀਂ ਕੀ ਕੰਸੀਡਰ ਕਰਨਾ ਅੱਗੇ, ਇੱਕ ਸਮਾਲ ਐਲੀਮੈਂਟ। ਠੀਕ ਹੈ, ਇਹ ਡਿਸਟੈਂਸ ਐਲੀਮੈਂਟ ਹੈ ਵਿਚ ਇਜ਼ DL। ਉਸ ਸਰਕਲ ਦੇ ਉੱਪਰ ਕੰਸੀਡਰ ਕਰਨਾ ਆ ਜਿਹੜਾ ਛੋਟਾ ਜਿਹਾ ਐਲੀਮੈਂਟ ਆਇਆ ਇੱਥੇ। ਠੀਕ ਹੈ, ਇਹ ਅਸੀਂ ਡਿਸਟੈਂਸ ਐਲੀਮੈਂਟ ਕੰਸੀਡਰ ਕਰ ਲਿਆ। ਇਹਨੂੰ ਕੰਸੀਡਰ ਕਰਕੇ ਹੁਣ ਅਸੀਂ ਯੂਜ਼ਿੰਗ ਐਂਪੀਅਰ ਸਰਕਿਟਲ ਲਾਅ, ਐਂਪੀਅਰ ਸਰਕਿਟਲ ਲਾਅ ਕੀ ਕਹਿ ਰਿਹਾ ਹੈ, B naught DL is equal to mu naught into I। ਠੀਕ ਹੈ, ਹੁਣ ਇੱਥੇ ਡਾਟ ਪ੍ਰੋਡਕਟ ਹੈ ਤਾਂ ਡਾਟ ਪ੍ਰੋਡਕਟ ਨੂੰ ਅਸੀਂ ਸਿੰਪਲੀਫਾਈ ਕਰਕੇ ਕਿਵੇਂ ਲਿਖਦੇ ਹਾਂ, cos ਥੀਟਾ ਨਾਲ। ਠੀਕ ਹੈ, ਕ੍ਰਾਸ ਪ੍ਰੋਡਕਟ ਨੂੰ ਕਿਵੇਂ ਸਿੰਪਲੀਫਾਈ ਕਰਕੇ ਲਿਖਦੇ ਹਾਂ, ਸਾਈਨ ਥੀਟਾ ਦੇ ਨਾਲ। ਇੱਥੇ ਥੀਟਾ ਐਂਗਲ 0 ਡਿਗਰੀ ਹੋ ਰਿਹਾ ਤਾਂ ਸਾਡਾ cos of 0 ਕਿੰਨਾ ਹੁੰਦਾ, 1। ਠੀਕ ਹੈ, ਇੱਥੇ ਥੀਟਾ 0 ਕਿਉਂ ਹੋ ਰਿਹਾ ਹੈ, ਕਿਉਂਕਿ ਵੈਕਟਰ B ਤੇ DL ਦੇ ਵਿੱਚ ਐਂਗਲ ਥੀਟਾ 0 ਹੈ। ਉੱਪਰ ਸਰਕਿਟ ਵਿੱਚ ਜੇ ਤੁਸੀਂ ਡਾਇਗਰਾਮ ਵਿੱਚ ਦੇਖਦੇ ਹੈਗੇ ਹੋਗੇ ਤਾਂ ਮੈਗਨੈਟਿਕ ਫੀਲਡ ਵੀ ਇਸੇ ਡਾਇਰੈਕਸ਼ਨ 'ਚ ਲੱਗ ਰਹੀ ਹੈ। ਠੀਕ ਹੈ, DL ਵੀ ਅਸੀਂ ਉਸੇ ਡਾਇਰੈਕਸ਼ਨ 'ਚ ਲਿਆ ਤਾਂ ਦੋਨੋਂ ਚੀਜ਼ਾਂ ਇੱਕੋ ਡਾਇਰੈਕਸ਼ਨ 'ਚ ਹੋਣਗੀਆਂ ਤਾਂ ਕੀ ਹੋਏਗਾ, ਥੀਟਾ ਦੀ ਵੈਲਿਊ 0 ਹੋਏਗੀ। ਠੀਕ ਹੈ, ਹੁਣ ਅਸੀਂ ਕਲੋਜ਼ ਮੈਗਨੈਟਿਕ ਫੀਲਡ ਦੀ ਵੈਲਿਊ ਜਿਹੜੀ ਹੈ ਉਹ ਇੱਕ ਕੌਨਸਟੈਂਟ ਵੈਲਿਊ ਹੈ, ਉਸਨੂੰ ਅਸੀਂ ਇੰਟੈਗਰਲ ਦੇ ਬਾਹਰ ਕੱਢ ਲਿਆ। ਅੰਦਰ ਕੀ ਰਹਿ ਗਿਆ ਇੰਟੈਗਰਲ ਦੇ, DL ਦਾ ਕਲੋਜ਼ ਇੰਟਰਵਲ। DL ਦਾ ਕਲੋਜ਼ ਇੰਟਰਵਲ ਕੀ ਹੁੰਦਾ ਹੈਗਾ, ਸਰਕੂਲਰ ਪਾਥ ਵਿੱਚ ਉਸਦਾ ਸਰਕਮਫਰੈਂਸ। ਠੀਕ ਹੈ, ਸਰਕਮਫਰੈਂਸ ਹੁੰਦਾ ਤਾਂ ਸਰਕਮਫਰੈਂਸ ਦਾ ਫਾਰਮੂਲਾ ਸਰਕਲ ਦਾ ਕੀ ਹੁੰਦਾ, 2 ਪਾਈ R। ਇਸ ਕਰਕੇ ਸਾਡੇ ਕੋਲੇ B ਡੋਟ DL ਕਿੰਨਾ ਆ ਗਿਆ, B ਮਲਟੀਪਲਾਈ ਬਾਏ 2 ਪਾਈ R। ਠੀਕ ਹੈ, ਐਂਪੀਅਰ ਸਰਕਿਟਲ ਲਾਅ ਕੀ ਕਹਿ ਰਿਹਾ ਸੀਗਾ, B ਡੋਟ DL ਇਜ਼ ਇਕੁਅਲ ਟੂ
म्यू नॉट इंटू आई, असी बी डॉट डी एल क्लोज्ड इंटरवल की वैल्यू कढ़ ली बी इंटू 2πr, इन्हां दोनों वैल्यूज़ नूं इक्वल किया तो साडे कोले मैगनैटिक फील्ड की वैल्यू की आ गई म्यू नॉट अपॉन 4π इंटू 2i डिवाइडेड बाय आर। ठीक है, ये वैल्यू कदों आ रही है, जदों साडे कोले एक लॉन्ग कंडक्टर है, बहुत लॉन्ग कंडक्टर है, उहदे विचों करंट कितना पास हो रहा है आई, तो असी मैगनैटिक फील्ड कित्थे फाइंड करना चाहते हैं, एक डिस्टेंस आर दे उपर। ठीक है जी, ये फॉर्मूला आ गया। ठीक, अगे चलते हैं। अगे की है, असी मैगनैटिक फील्ड ड्यू टू लॉन्ग स्ट्रेट सोलेनॉइड कढ़नी है। ठीक है, लॉन्ग स्ट्रेट सोलेनॉइड का मतलब असी इत्थे एक कंडक्टर लै लो या कोई भी रॉड लै लो, कुछ भी लै लो, उहदे आले दुआले आ की कीती है, एक वायर नूं उसदे अराउंड लूप आउट करता होया। ठीक है, यह सोलेनॉइड बन गया। हुण एक कंसीडर किया असी लॉन्ग सोलेनॉइड जिहदे विच n टर्नस आ रहे हैं पर यूनिट लेंथ। ये सारे टर्नस नहीं काउंट किए, असी छोटी लेंथ काउंट कर ली। ठीक है, इत्थों लेंथ लै ली L। ठीक है, तो उहदे विच किन्ने काउंट्स सीगे, नंबर ऑफ टर्न सीगियां कैपिटल N, उन्होंने डिवाइड कर लिया जिन्नी भी लेंथ है L नाल। ठीक है, N डिवाइडेड बाय L की बनिया साडे कोले स्मॉल n। ठीक है, स्मॉल n की है, नंबर ऑफ टर्नस पर यूनिट लेंथ। इस जिहड़ा ये सोलेनॉइड बनिया, इहदे विचों करंट आई पास करवा रहे हैं असी। ठीक, हुण असी की फाइंड करना चाहते हैं, असी मैगनैटिक फील्ड बी फाइंड करना चाहते हैं। ठीक है, एट अ पॉइंट, प्लीज़ थोड़ा ध्यान रखना है, एट अ पॉइंट इनसाइड दी सोलेनॉइड। ठीक है, बाहर नहीं फाइंड कर रहे। बाहर क्यों नहीं फाइंड कर रहे, बाहर तो करंट की वैल्यू 0 हो रही है, तब मैगनैटिक फील्ड की वैल्यू भी 0 हो सकती है। एम्पीयर सर्किट लॉ जो आप लगावांगे। ठीक है, हुण असी की कीता, इस डायग्राम नूं प्लीज़ आपकी कॉपी के उपर देख लो, चंगी तरह बना लो तो बहुत वधिया, हुणे बना लो। ठीक है, असी हुण कंसीडर किया एक रैक्टेंगुलर क्लोज्ड पाथ ABCD, आ ए, आ बी, आ सी, आ डी, ये रैक्टेंगुलर क्लोज्ड पाथ है। क्लोज पाथ तो होना ही चाहिए, एम्पीयर सर्किट लॉ सानू क्लोज पाथ विच ही फॉलो करवाना पैंदा है। हुण असी की कीता, ये रैक्टेंगुलर पाथ की लेंथ जो है वो है कैपिटल L। ठीक है, तो साडे कोले हुण टोटल करंट कितना पास कर रहा है इस रैक्टेंगुलर पाथ विचों, n नंबर ऑफ टर्नस पर यूनिट लेंथ छोटा n मल्टीप्लाई बाय L, मतलब कि जिन्ने नंबर ऑफ टर्नस हुण कैपिटल L विचों पास हो रहे हैं। ठीक है, नाल करंट I। ठीक है, तो यह टोटल करंट I कितना इस रैक्टेंगुलर लूप विचों पास हो रहा है, स्मॉल n मल्टीप्लाई बाय कैपिटल L मल्टीप्लाई बाय I। ये टोटल करंट इस पूरे दे पूरे रैक्टेंगल विचों पास हो रहा है। ठीक, हुण नैक्सट साडे कोले आउंदा है यूजिंग एम्पीयर सर्किटल लॉ। हुण असी एम्पीयर सर्किटल लॉ नूं यूज़ किया। इसनूं यूज़ करन वास्ते असी की कीता हैगा, म्यू नॉट इंटू DL क्लोज इंटरवल। क्लोज इंटरवल इत्थे की आ रही साडी ABCD पूरा का पूरा रैक्टेंगल। ठीक है, वो किहदे इक्वल होना चाहिए, म्यू नॉट टाइम्स करंट जिहड़ा टोटल इस दे विचों पास कर रहा है, पूरे दे पूरे रैक्टेंगल विचों पास कर रहा है। करंट इत्थों कितना पास कर रहा है, N इंटू कैपिटल L इंटू I। ठीक है, हुण असी फाइंड करना है आ जिहड़ा क्लोज इंटरवल की वैल्यू है। क्लोज इंटरवल की वैल्यू असी फाइंड करनी है कि इनू पूरे के पूरे नूं खोल के किवें खोलना है। पहला असी इंटैग्रल लिया A तो B का, फिर असी B तो C, फिर C तो D, फिर D तो A, मतलब असी पूरा का पूरा रैक्टेंगल घूम गए। किवें, पहला A तो B, फिर B तो C, फिर C तो D, फिर D तो A। ठीक, तो असी हुण ये सारा का सारा यही क्लोज इंटरवल हुंदा। हुण असी इंडिविजुअल इंटैग्रल की वैल्यू फाइंड करनी है। हुण इत्थे डॉट प्रोडक्ट आ रहा है, डॉट प्रोडक्ट नूं जदों असी इलैबोरेट करते हैं तो असी की लेना हुंदा है कॉस। तो कॉस ऑफ 90 डिग्री सानू पता है 0 हुंदा है। ठीक है, हुण जिथे जिथे मैगनैटिक फील्ड ते DL मतलब कि लेंथ का जिहड़ा कंपोनेंट है वो परपेंडिकुलर होणगे, वो तो सारा का सारा इंटैग्रल ही 0 हो गया, क्योंकि कॉस ऑफ 90 0 है। वो इंटैग्रल वो परपेंडिकुलर कित्थे कित्थे हो रहे हैं, वो इंटैग्रल आह हो रहे हैं, देखो इत्थे मैगनैटिक फील्ड इस डायरैक्शन च है तो लेंथ भी इसे डायरैक्शन च है। AB दे अक्रॉस मैगनैटिक फील्ड भी A टू B है तो लेंथ भी A टू B है। BC ते की हो रहा है, मैगनैटिक फील्ड तो A टू B सीगी, पर जोड़ा अपना लेंथ है वो कित्थों जा रहा है B टू C। इन्हां दोनों विच एंगल कितना बन गया 90 डिग्रीज। उवें ही D टू A विच भी एंगल कितना बन रहा है
90 डिग्रीज। ਤਾਂ ਇਹ ਦੋਨੋਂ ਦਾ ਜਦੋਂ ਅਸੀਂ ਇੰਟੈਗਰਲ ਲੈ ਰਹੇ ਹਾਂ ਫਰੋਮ B to C ਤੇ A to D ਜਾਂ D to A, ਇੱਥੇ ਕੀ ਹੋ ਰਿਹਾ ਹੈ ਥੀਟਾ 90 ਡਿਗਰੀ ਬਣ ਰਿਹਾ ਤਾਂ ਕਰਕੇ cos 90 ਦੀ ਵੈਲਿਊ 0 ਹੈ ਤਾਂ ਇਹ ਇੰਟੈਗਰਲਸ ਕੀ ਹੋ ਗਏ ਸਾਡੇ 0 ਹੋ ਗਏ। ਤਾਂ ਇਹ ਇੰਟੈਗਰਲਸ ਆ 0 ਹੋ ਗਏ ਤਾਂ ਇਹਨਾਂ ਨੂੰ ਛੱਡ ਦਈਏ ਅਸੀਂ, ਠੀਕ ਹੈ। ਫਿਰ ਉਸ ਤੋਂ ਬਾਅਦ ਅਸੀਂ ਲਿਆ B to D to C, B to C ਤਾਂ ਸਾਡਾ 0 ਹੋ ਗਿਆ, D to A ਵੀ ਆਪਣਾ 0 ਹੋ ਗਿਆ। ਹੁਣ ਬਚਿਆ ਇੱਕ C to D ਤੇ A to B। ਅਸੀਂ ਹੁਣ ਲੈਣਾ ਪਹਿਲਾਂ C to D। C to D ਵਿੱਚ ਕੀ ਹੋ ਰਿਹਾ ਹੈ, ਇੱਥੇ ਜੇ ਅਸੀਂ ਡਾਇਗਰਾਮ 'ਚ ਦੇਖਦੇ ਹੈਗੇ C to D ਆਹ ਵਾਲਾ ਹੈ ਨਾ, C to D ਆਹ ਵਾਲਾ ਦੇਖ ਰਹੇ ਹਾਂ ਅਸੀਂ, ਤਾਂ ਇੱਥੇ ਤਾਂ ਸਾਡੇ ਕੋਲ ਕੋਈ ਕਰੰਟ ਹੀ ਨਹੀਂ ਹੈਗਾ, ਕਰੰਟ ਹੀ ਨਹੀਂ ਹੈਗਾ ਤਾਂ I ਦੀ ਵੈਲਿਊ 0 ਹੋ ਗਈ ਹੈ ਨਾ। ਇੱਥੇ ਇੰਡੀਵਿਜੂਅਲ ਜਿਹੜੀ ਛੋਟੀ I ਮਤਲਬ ਜਿਹੜੀ ਸਿਰਫ ਇੱਥੋਂ ਪਾਸ ਕਰਨੀ ਚਾਹੀਦੀ ਸੀ ਉਹ I ਦੀ ਵੈਲਿਊ ਇੱਥੇ 0 ਹੋ ਚੁੱਕੀ ਹੈ। I ਦੀ ਵੈਲਿਊ 0 ਹੋਈ ਤਾਂ ਸਾਡੇ ਕੋਲੇ ਐਂਪੀਅਰ ਸਰਕਟਲ ਲਾਅ ਦੇ ਹਿਸਾਬ ਨਾਲ ਮਿਊ ਨੋਟ ਇੰਟੂ I ਕਰਨਾ ਸੀਗਾ ਤਾਂ I ਇੱਥੇ 0 ਹੋ ਗਿਆ ਤਾਂ ਸਾਡੇ ਕੋਲੇ ਇੰਟੈਗਰਲ 0 ਹੋ ਗਿਆ। ਹੈਂਸ ਸਾਡੇ ਕੋਲੇ ਕੀ ਬਚਿਆ, ਪੂਰਾ ਕਲੋਜ਼ਡ ਇੰਟਰਵਲ ਜਿਹੜਾ ABCD ਦੇ ਅਕਰੋਸ ਸੀਗਾ ਉਹ ਸਿਰਫ A to B ਦਾ ਇੰਟੈਗਰਲ ਬਚ ਗਿਆ, ਬਾਕੀ ਸਾਰੀਆਂ ਵੈਲਿਊਜ਼ ਕੀ ਹੋ ਗਈਆਂ 0। ਹੁਣ ਇੱਥੇ A to B ਵਿੱਚ ਸਾਡੇ ਕੋਲੇ ਥੀਟਾ ਦੀ ਵੈਲਿਊ 0 ਆ ਰਹੀ ਹੈ ਤਾਂ cos of 0 ਦੀ ਵੈਲਿਊ ਕਿੰਨੀ ਹੋਏਗੀ 1, ਠੀਕ 1 ਹੋਏਗੀ। ਤਾਂ ਅਸੀਂ ਉਹ ਵੈਲਿਊ ਪਹਿਲਾਂ ਡਾਟ ਪ੍ਰੋਡਕਟ ਤਾਂ ਸਿੰਪਲੀਫਾਈ ਕਰ ਲਈਏ, ਅਸੀਂ ਉਹ ਡਾਟ ਪ੍ਰੋਡਕਟ ਕੀ ਕੀਤਾ ਸਿੰਪਲੀਫਾਈ ਕਰ ਲਿਆ। ਹੁਣ B dot DL ਦੀ ਵੈਲਿਊ ਅਸੀਂ ਫਾਈਂਡ ਕਰ ਰਹੇ ਹਾਂ ਤਾਂ BDL cos of 0 which is 1, ਤਾਂ ਇਹਨੂੰ ਸਿੰਪਲੀਫਾਈ ਕਰਕੇ BDL ਹੋ ਗਿਆ from A to B, ਠੀਕ ਹੈ। ਮੈਗਨੈਟਿਕ ਫੀਲਡ ਕਾਂਸਟੈਂਟ ਵੈਲਿਊ ਹੈ ਤਾਂ ਬਾਹਰ ਆ ਗਈ ਤਾਂ ਸਾਡੇ ਕੋਲ ਇੰਟੈਗਰਲ ਕੀ ਰਹਿ ਗਿਆ DL from A to B। ਜਿਹੜਾ ਸਾਡਾ ਲੈਂਥ ਦਾ ਇੰਟੈਗਰਲ ਹੈ from A to B, ਠੀਕ ਹੈ, ਜਿਹਨੂੰ ਆਪਾਂ ਸਿੰਪਲੀਫਾਈ ਕਰਦੇ ਹਾਂ। ਸਿੰਪਲੀਫਾਈ ਕਿਵੇਂ ਕਰਦੇ ਹੁੰਦੇ ਆਪਾਂ, ਸਿੰਪਲ ਇੰਟੈਗਰੇਸ਼ਨ ਲੈਣੀ ਹੈਗੀ ਜਿਹੜੀ ਕਿ ਤੁਹਾਨੂੰ ਆਉਂਦੀ ਹੈ। DL ਦੀ ਇੰਟੀਗ੍ਰੇਸ਼ਨ ਕੀ ਹੁੰਦੀ ਹੈ L, A ਤੋਂ ਲੈ ਕੇ B ਤੱਕ ਹੋਣੀ ਹੈ, ਠੀਕ ਹੈ। A ਤੋਂ ਲੈ ਕੇ B ਤੱਕ ਲੈਂਥ ਕਿੰਨੀ ਹੈ, ਲੈਂਥ L ਹੈ। ਤਾਂ ਸਾਡੇ ਕੋਲੇ ਐਂਪੀਅਰ ਸਰਕਟਲ ਲਾਅ ਦੇ ਹਿਸਾਬ ਨਾਲ ਕੀ ਹੋ ਗਿਆ B dot DL ਦਾ ਕਲੋਜ਼ਡ ਇੰਟਰਵਲ ਇਜ਼ ਇਕੁਅਲ ਟੂ ਕੈਪੀਟਲ B ਇੰਟੂ L which is equal to mu naught NLI। mu naught NLI ਕੀ ਸੀਗਾ, NLI ਕੀ ਸੀਗਾ ਸਾਡੇ ਕੋਲੇ ਕਰੰਟ। mu naught ਟਾਈਮਸ ਅਸੀਂ ਕਿਉਂ ਕਹਿ ਰਹੇ ਹਾਂ ਕਿਉਂਕਿ ਸਾਨੂੰ ਐਂਪੀਅਰ ਸਰਕਟਲ ਲਾਅ ਦੱਸਦਾ। ਤਾਂ ਇਹਨਾਂ ਦੋਨਾਂ ਵੈਲਿਊਜ਼ ਨੂੰ ਇਕੁਅਲ ਕੀਤਾ, ਲੈਂਥ ਤੇ ਲੈਂਥ ਕੈਂਸਲ ਆਊਟ ਹੋ ਗਈਆਂ ਤਾਂ ਸਾਡੇ ਕੋਲੇ ਮੈਗਨੈਟਿਕ ਫੀਲਡ ਦੀ ਵੈਲਿਊ ਕਿੰਨੀ ਆ ਗਈ mu naught N into I ਆ ਗਈ ਮੈਗਨੈਟਿਕ ਫੀਲਡ ਦੀ ਵੈਲਿਊ ਇਹ, ਠੀਕ। ਹੁਣ ਬੇਟਾ ਇੱਕ ਨਾ ਐਕਸਪੈਰੀਮੈਂਟਲੀ ਫਾਈਂਡ ਕੀਤਾ ਗਿਆ ਹੈਗਾ ਕਿ ਸੋਲੀਨੋਇਡ ਦੇ ਐਂਡ ਵਿੱਚ, ਠੀਕ ਹੈ, ਐਂਡ ਵਿੱਚ ਮੈਗਨੈਟਿਕ ਫੀਲਡ ਦੀ ਵੈਲਿਊ ਜਿਹੜੀ ਹੁੰਦੀ ਆ ਉਹ ਹਾਫ ਹੋ ਜਾਂਦੀ ਹੈ। ਅਤੇ ਇੱਥੇ ਇੱਕ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਤੁਸੀਂ ਦੇਖਣੀ ਹੈ ਉਹ ਹੈ ਕਿ ਮੈਗਨੈਟਿਕ ਫੀਲਡ ਦੀ ਵੈਲਿਊ ਲੈਂਥ ਦੇ ਉੱਪਰ ਡਿਪੈਂਡ ਨਹੀਂ ਕਰ ਰਹੀ। ਦੇਖੋ ਇੱਥੇ ਆਹ ਫਾਰਮੂਲਾ ਵਿੱਚ ਜਿਹੜਾ ਮੈਂ ਸਟਾਰ ਲਗਾਇਆ ਹੈ ਆਹ ਵਾਲਾ ਫਾਰਮੂਲਾ ਹੈ mu naught NI, ਲੈਂਥ ਦੇ ਉੱਪਰ ਮੈਗਨੈਟਿਕ ਫੀਲਡ ਦੀ ਵੈਲਿਊ ਡਿਪੈਂਡ ਹੀ ਨਹੀਂ ਕਰ ਰਹੀ, ਸਿਰਫ ਕਰੰਟ ਦੇ ਉੱਪਰ ਡਿਪੈਂਡ ਕਰ ਰਹੀ ਹੈ ਜਾਂ ਨੰਬਰ ਆਫ ਟਰਨਸ ਦੇ ਉੱਪਰ ਡਿਪੈਂਡ ਕਰ ਰਹੀ ਹੈ ਕਿ ਕਿੰਨੀ ਵਾਰੀ ਇੱਕ ਵਾਇਰ ਉਸ ਸੋਲੀਨੋਇਡ ਦੇ ਅਰਾਊਂਡ ਵਾਈਂਡ ਕੀਤੀ ਹੋਈ ਹੈ, ਠੀਕ ਹੈ। ਹੁਣ ਨੈਕਸਟ ਟੌਪਿਕ ਸਾਡੇ ਕੋਲ ਆਉਂਦਾ, ਲਾਸਟ ਟੌਪਿਕ ਹੈ ਹੁਣ ਇਸ ਚੈਪਟਰ ਦਾ, ਉਹ ਹੈ ਮੈਗਨੈਟਿਕ ਫੀਲਡ ਡਿਊ ਟੂ ਅ ਟੋਰੋਇਡਲ ਸੋਲੀਨੋਇਡ। ਟੋਰੋਇਡਲ ਸੋਲੀਨੋਇਡ ਮਤਲਬ ਸਰਕੂਲਰ ਹੋਏਗਾ ਟੋਰੋਇਡ ਵਾਂਗੂ, ਠੀਕ ਹੈ। ਅਸੀਂ ਕੀ ਲੈਣਾ ਹੈਗਾ ਟੋਰੋਇਡਲ ਸੋਲੀਨੋਇਡ ਜਿਹਦਾ ਰੇਡੀਅਸ R ਹੈ, ਸਮਾਲ r ਰੇਡੀਅਸ ਦਾ ਟੋਰੋਇਡਲ ਸੋਲੀਨੋਇਡ ਲੈ ਲਿਆ। ਸੋਲੀਨੋਇਡ ਮਤਲਬ ਇਹਦੇ ਅਰਾਊਂਡ ਇੱਕ ਵਾਇਰ ਨੂੰ ਵਾਈਂਡ ਕੀਤਾ ਹੋਇਆ, ਠੀਕ ਹੈ। ਇੱਥੇ ਵੀ n ਟਰਨਸ ਲੈ ਲਈਆਂ, ਨੰਬਰ ਆਫ ਟਰਨਸ ਪਰ ਯੂਨਿਟ ਲੈਂਥ ਲੈ ਲਏ ਅਤੇ ਇਹਦੇ ਵਿੱਚੋਂ ਕਰੰਟ ਲੈ ਲਈ I ਵਿਚ ਇਜ਼ ਪਾਸਿੰਗ ਥਰੂ ਦ ਸੋਲੀਨੋਇਡ। ਹੁਣ ਟੋਟਲ ਕਰੰਟ ਇਹਦੇ ਵਿੱਚੋਂ ਕਿੰਨਾ ਪਾਸ ਹੋਏਗਾ ਬੇਟਾ, ਇੱਥੋਂ ਸਟਾਰਟ ਕੀਤਾ ਆਪਾਂ, ਠੀਕ ਹੈ, ਗੋਲ 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 ਘੁੰਮਣਾ। ਹੁਣ ਇਹ ਗੋਲ ਹੈ, ਸਰਕੂਲਰ ਹੈ, ਤਾਂ ਕਰਕੇ ਸਾਡੇ ਕੋਲ ਸਰਕਮਫਰੈਂਸ ਦੀ ਵੈਲਿਊ ਤਾਂ ਆਏਗੀ 2π into R, ਠੀਕ ਹੈ। ਸਰਕਮਫਰੈਂਸ ਆਏਗਾ ਉੱਥੇ ਲੈਂਥ ਆ ਰਹੀ ਸੀਗੀ, ਇੱਥੇ ਲੈਂਥ ਕਿੰਨੀ ਹੈ, ਇੱਥੋਂ ਸਟਾਰਟ ਕੀਤੀ ਤਾਂ ਇਹਦਾ ਸਰਕਮਫਰੈਂਸ ਇਹਦੀ ਲੈਂਥ ਹੈ ਉਹ ਕਿੰਨੀ ਹੋਏਗੀ 2π into R। ਨੰਬਰ ਆਫ ਟਰਨਸ ਨਾਲ ਲੈਣੇ ਆ ਪਰ ਯੂਨਿਟ ਲੈਂਥ, ਅਤੇ ਨਾਲ ਕੀ ਆਏਗਾ ਅਸੀਂ ਟੋਟਲ ਕਰੰਟ ਕੱਢ ਰਹੇ ਹੈਗੇ ਤਾਂ ਨਾਲ ਕੀ ਆਏਗਾ ਕਰੰਟ I, ਠੀਕ ਹੈ। ਹੁਣ ਅਸੀਂ ਐਂਪੀਅਰ ਸਰਕਟਲ ਲਾਅ ਲਗਾਉਣਾ, B dot DL ਦਾ ਕਲੋਜ਼ ਇੰਟਰਵਲ is equal to mu naught into total current. Total current is 2π R N into I। ਹੁਣ ਇੱਥੇ ਅਸੀਂ ਮੈਗਨੈਟਿਕ ਫੀਲਡ ਤੇ DL ਦੀ ਵੈਲਿਊ ਜਿਹੜੀ ਹੈ ਉਹ ਸੇਮ ਡਾਇਰੈਕਸ਼ਨ 'ਚ ਹੈ, ਠੀਕ ਹੈ। ਹਰ ਇੱਕ ਪੁਆਇੰਟ ਦੇ ਉੱਪਰ ਕਿਉਂਕਿ ਇਹ ਗੋਲ ਗੋਲ ਘੁੰਮ ਰਿਹਾ ਨਾ
ਤਾਂ ਹਰ ਪੁਆਇੰਟ ਦੇ ਉੱਪਰ ਮੈਗਨੈਟਿਕ ਫੀਲਡ ਦੀ ਵੈਲਿਊ ਤੇ ਡੀਐਲ ਦੀ ਵੈਲਿਊ ਚੇਂਜ ਹੁੰਦੀ ਜਾਂਦੀ ਹੈ, ਪਰ ਉਹ ਦੋਨੋਂ ਇੱਕ ਦੂਜੇ ਦੇ ਕੀ ਰਹਿ ਰਹੀਆਂ, ਸੇਮ ਡਾਇਰੈਕਸ਼ਨ 'ਚ ਰਹਿ ਰਹੀਆਂ। ਇਸ ਕਰਕੇ ਥੀਟਾ 0 ਹੋ ਜਾਂਦਾ ਹੈ, cos of 0 ਕਿੰਨਾ ਹੈ 1। ਤਾਂ ਅਸੀਂ ਇਹਨੂੰ ਸਿੰਪਲੀਫਾਈ ਕਰ ਲਿਆ, b ਡੋਟ ਡੀ ਐਲ ਜਿਹੜਾ ਹੈ BDL ਹੋ ਗਿਆ, ਤਾਂ b ਜਿਹੜਾ ਹੈ ਉਹ ਕੌਨਸਟੈਂਟ ਵੈਲਿਊ ਹੈ ਤਾਂ ਬਾਹਰ ਨਿਕਲ ਆਈ। DL ਕਲੋਜ਼ਡ ਇੰਟਰਵਲ, ਅਸੀਂ ਇੰਟਰਵਲ ਅਸੀਂ ਕਿਹਦੇ ਅਕਰੋਸ ਲੈਣਾ ਹੈ, ਸਰਕਲ ਦੇ ਅਕਰੋਸ, ਤਾਂ ਉਹ ਕੀ ਹੋਏਗਾ ਸਾਡੇ ਕੋਲੇ ਸਰਕਮਫਰੈਂਸ ਵਿਚ ਇਜ਼ ਇਕੁਅਲ ਟੂ 2πr। ਤਾਂ ਸਾਡੇ ਕੋਲੇ ਇਹਦੀ ਵੈਲਿਊ ਐਂਪੀਅਰ ਸਰਕੂਲਰ ਲਾਅ ਦੇ ਹਿਸਾਬ ਨਾਲ ਕੀ ਹੋਗੀ, ਇਜ਼ ਇਕੁਅਲ ਟੂ μ0 ਇਨਟੂ ਟੋਟਲ ਕਰੰਟ। ਇੱਥੇ ਹੁਣ 2πr ਤੇ 2πr ਪੂਰੇ ਕੈਂਸਲ ਹੋ ਗਏ, ਠੀਕ ਹੈ। ਤਾਂ ਸਾਡੇ ਕੋਲੇ b ਕੀ ਹੋ ਗਿਆ, b ਇਜ਼ ਇਕੁਅਲ ਟੂ μ0 n ਇਨਟੂ i। ਤਾਂ ਅਸੀਂ ਦੇਖ ਰਹੇ ਹੈਗੇ ਕਿ ਜਦੋਂ ਸਾਡੇ ਕੋਲੇ ਟੋਰੋਇਡਲ ਸੋਲੇਨੋਇਡ ਵੀ ਆਇਆ ਤਾਂ ਵੀ ਉਹ ਰੇਡੀਅਸ ਦੇ ਉੱਪਰ ਜਾਂ ਲੈਂਥ ਦੇ ਉੱਪਰ ਸਾਡੀ ਮੈਗਨੈਟਿਕ ਫੀਲਡ ਦੀ ਵੈਲਿਊ ਡਿਪੈਂਡ ਨਹੀਂ ਕਰ ਰਹੀ। ਇਹ ਬਹੁਤ ਇੰਪੋਰਟੈਂਟ ਕੰਸੈਪਟ ਹੈ ਬੇਟਾ, ਪਲੀਜ਼ ਇਹ ਫਾਰਮੂਲਾਜ਼ ਜਿਹੜੇ ਹੈਗੇ ਨਾ ਇਹ ਤੁਹਾਨੂੰ ਯਾਦ ਰੱਖਣੇ ਪੈਣਗੇ, ਬਿਕੋਜ਼ ਤੁਸੀਂ ਕਿਤੇ ਨਾ ਕਿਤੇ ਨੂਮੈਰੀਕਲ ਵਿੱਚ ਯੂਜ਼ ਕਰੋਗੇ, ਠੀਕ ਹੈ। ਇੱਥੇ ਕੀ ਬਣ ਗਿਆ, b ਇਜ਼ ਇਕੁਅਲ ਟੂ μ0 n ਇਨਟੂ i, ਠੀਕ ਹੈ ਜੀ। ਅੱਜ ਇਹ ਚੈਪਟਰ ਇੱਥੇ ਹੀ ਕੰਪਲੀਟ ਹੋ ਰਿਹਾ।